Good morning, dear fourth class. Beta, welcome to virtual classes of Centura International School. ਬੇਟਾ ਅੱਜ ਆਪਾਂ ਇਨਵਾਇਰਮੈਂਟਲ ਸਟੱਡੀਜ਼ ਦਾ ਚੈਪਟਰ ਨੰਬਰ 4 ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈ ਨਿਊਟਰੀਐਂਟਸ ਇਨ ਆਵਰ ਫੂਡ। ਨਿਊਟਰੀਐਂਟਸ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਾਂਗੇ? ਪੌਸ਼ਟਿਕ ਤੱਤ ਸਾਡੇ ਖਾਣੇ ਵਿੱਚ। ਠੀਕ ਹੈ ਜੀ, ਸਾਡੇ ਖਾਣੇ ਵਿੱਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਨੇ। ਠੀਕ ਹੈ ਜੀ, ਸੋ ਫਸਟ ਪੈਰਾਗ੍ਰਾਫ ਰੀਡ ਕਰਨਾ ਸਟਾਰਟ ਕਰਦੇ ਹਾਂ ਜੀ। Think about the meals you ate yesterday. Write all the food items you ate in the table given below. You will realize that you ate different kinds of food items. Why do we need to eat a variety of food? How do these food items help us? In this lesson, you will find answers to these questions. ਬੇਟਾ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਹੋਇਆ ਹੈ ਕਿ ਤੁਸੀਂ ਕੀ ਕਰੋ, ਇੱਕ ਜਿਹੜਾ ਨੀਚੇ ਟੇਬਲ ਦਿੱਤਾ ਹੋਇਆ ਹੈ, ਇਹ ਜਿਹੜਾ ਇਸ ਟੇਬਲ ਦੇ ਵਿੱਚ ਜਿਹੜਾ ਹੈ ਉਹ ਤੁਸੀਂ ਇਹ ਲਿਖੋ ਕਿ ਤੁਸੀਂ ਬ੍ਰੇਕਫਾਸਟ, ਲੰਚ, ਡਿਨਰ ਅਤੇ ਸਨੈਕਸ ਵਗੈਰਾ ਸਾਰੇ ਦਿਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਧੀਆਂ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੇ ਫਿਰ ਸਵਾਲ ਪੁੱਛਿਆ ਹੈ ਕਿ ਇਹ ਤੁਸੀਂ ਜੋ ਕੁਝ ਵੀ ਨੋਟ ਡਾਊਨ ਕੀਤਾ ਹੈ ਉਹ ਤੋਂ ਇਹ ਪਤਾ ਲੱਗਾ ਤੁਸੀਂ ਅਲੱਗ-ਅਲੱਗ ਟਾਈਮ 'ਤੇ ਅਲੱਗ-ਅਲੱਗ ਚੀਜ਼ਾਂ ਖਾਧੀਆਂ। ਸਾਨੂੰ ਅਲੱਗ-ਅਲੱਗ ਤਰ੍ਹਾਂ ਦਾ ਵੈਰਾਈਟੀ ਆਫ ਫੂਡਸ ਖਾਣ ਦੀ ਲੋੜ ਕਿਉਂ ਪੈਂਦੀ ਆ? ਇਹਨਾਂ ਸਵਾਲਾਂ ਦੇ ਜਵਾਬ ਆਪਾਂ ਨੂੰ ਅੱਜ ਇਸ ਲੈਸਨ ਦੇ ਵਿੱਚ ਮਿਲਣਗੇ। ਸੋ ਨੈਕਸਟ ਕੀ ਹੈ? ਫੂਡ ਇਜ਼ ਇੰਪੋਰਟੈਂਟ ਫਾਰ ਅਸ। ਵੀ ਆਲ ਨੀਡ ਫੂਡ ਟੂ ਵਰਕ, ਪਲੇ ਐਂਡ ਸਟੱਡੀ। ਵੀ ਨੀਡ ਫੂਡ ਟੂ ਸਟੇ ਹੈਲਥੀ. We need food to grow and fight with diseases. We know that different foods have different nutrients. Different nutrients help our body in different ways. The common nutrients in our food are carbohydrates, proteins, fats, vitamin and minerals. ਬੇਟਾ ਜੀ ਫੂਡ ਬਹੁਤ ਹੀ ਜ਼ਰੂਰੀ ਹੁੰਦਾ ਹੈ ਸਾਡੇ ਲਈ। ਇੰਪੋਰਟੈਂਟ ਮਤਲਬ ਜ਼ਰੂਰੀ। ਵੀ ਆਲ ਨੀਡ, ਸਾਨੂੰ ਸਾਰਿਆਂ ਨੂੰ ਖਾਣਾ ਚਾਹੀਦਾ ਹੈ। ਨੀਡ ਮਤਲਬ ਜ਼ਰੂਰਤ ਹੈ, ਕਿਉਂਕਿ ਅਸੀਂ ਕੰਮ ਕਰਨਾ ਹੈ, ਖੇਡਣਾ ਹੈ ਅਤੇ ਪੜ੍ਹਾਈ ਕਰਨੀ ਹੁੰਦੀ ਹੈ, ਸਟੱਡੀ ਕਰਨਾ ਹੁੰਦਾ ਹੈ। ਫੂਡ ਸਾਨੂੰ ਇਸ ਲਈ ਵੀ ਜ਼ਰੂਰੀ ਹੈ ਕਿ ਸਾਨੂੰ ਵਧਣ ਫੁੱਲਣ ਵਾਸਤੇ, ਗਰੋ ਕਰਨ ਵਾਸਤੇ ਅਤੇ ਡਿਜ਼ੀਜ਼ ਦੇ ਨਾਲ ਲੜਨ ਵਾਸਤੇ ਜਿਹੜਾ ਚਾਹੀਦਾ ਹੁੰਦਾ ਹੈ। ਓਕੇ, ਸਾਨੂੰ ਇਹ ਵੀ ਪਤਾ ਹੈ ਕਿ ਫੂਡ ਜਿਹੜਾ ਹੈ ਅਲੱਗ-ਅਲੱਗ ਫੂਡ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਿਊਟਰੀਐਂਟਸ ਹੁੰਦੇ ਨੇ। ਠੀਕ ਹੈ ਜੀ, ਅਲੱਗ-ਅਲੱਗ ਨਿਊਟਰੀਐਂਟਸ ਸਾਡੀ ਬਾਡੀ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਉਹ ਨਿਊਟਰੀਐਂਟਸ ਦਿੰਦੇ ਨੇ। ਕਾਮਨ ਨਿਊਟਰੀਐਂਟਸ ਕਿਹੜੇ ਨੇ ਜੀ? ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਵਿਟਾਮਿਨ ਅਤੇ ਮਿਨਰਲਸ, ਇਹ ਜਿਹੜੇ ਆ ਕਾਮਨ ਨਿਊਟਰੀਐਂਟਸ ਨੇ। ਉਸ ਤੋਂ ਬਾਅਦ ਨੈਕਸਟ ਪੇਜ, ਯੈਸ ਬੇਟਾ ਇੱਥੇ ਆਪਾਂ ਪੜ੍ਹਾਂਗੇ ਸਾਰੇ ਦੇ ਸਾਰੇ ਨਿਊਟਰੀਐਂਟਸ ਜਿਹੜੇ ਆ ਉਹ ਆਪਾਂ ਨੂੰ ਮਿਲਦੇ ਕਿੱਥੋਂ ਨੇ ਅਤੇ ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਕਰਦੇ ਕੀ ਨੇ। ਓਕੇ, ਕਾਰਬੋਹਾਈਡਰੇਟਸ ਆਰ ਐਜ਼ ਇੰਪੋਰਟੈਂਟ ਟੂ ਆਵਰ ਬੋਡੀ ਐਜ਼ ਫਿਊਲ ਟੂ ਅ ਕਾਰ। ਐਜ਼ ਫਿਊਲ ਮੇਕਸ ਅ ਕਾਰ ਰਨ, ਸਿਮਿਲਰਲੀ carbohydrates provide energy to our body which keeps it going throughout the day. Food like potatoes, rice and sweets give carbohydrates. There are two types of carbohydrates, sugar and starch. ਕਾਰਬੋਹਾਈਡਰੇਟ ਬੇਟਾ ਜੀ ਆਪਣੇ ਬੋਡੀ ਵਾਸਤੇ ਇੰਨੇ ਜ਼ਰੂਰੀ ਨੇ ਜਿੱਦਾਂ ਕਿਸੇ ਕਾਰ ਵਾਸਤੇ ਫਿਊਲ। ਠੀਕ ਹੈ ਜੀ, ਉਹ ਜ਼ਰੂਰੀ ਹੁੰਦਾ, ਇਸੇ ਤਰ੍ਹਾਂ ਸਾਡੀ ਬੋਡੀ ਵਾਸਤੇ ਕਾਰਬੋਹਾਈਡਰੇਟ ਜ਼ਰੂਰੀ ਹੁੰਦੇ ਨੇ। ਫਿਊਲ ਜਿਹੜਾ ਹੈ ਉਹ ਕਾਰ ਨੂੰ ਚੱਲਣ ਦੇ ਵਿੱਚ ਸਹਾਇਤਾ ਕਰਦਾ ਵਾ। ਇਸੇ ਤਰ੍ਹਾਂ ਕਾਰਬੋਹਾਈਡਰੇਟਸ ਸਾਡੇ ਸਰੀਰ ਨੂੰ ਐਨਰਜੀ ਪ੍ਰੋਵਾਈਡ ਕਰਦੇ ਨੇ ਤਾਂ ਜੋ ਆਪਾਂ ਸਾਰਾ ਦਿਨ ਕੰਮ ਕਰ ਸਕੀਏ। ਓਕੇ, ਕਿਹੜੇ ਕਿਹੜੇ ਫੂਡਸ ਤੋਂ ਆਪਾਂ ਨੂੰ ਜਿਹੜਾ ਬੇਟਾ ਜੀ ਕਾਰਬੋਹਾਈਡਰੇਟਸ ਮਿਲਦੇ ਨੇ? ਪੋਟੈਟੋ, ਸਵੀਟਸ ਅਤੇ ਰਾਈਸ ਤੋਂ ਆਪਾਂ ਨੂੰ ਜਿਹੜੇ ਉਹ ਕਾਰਬੋਹਾਈਡਰੇਟਸ ਮਿਲਦੇ ਨੇ। ਕਾਰਬੋਹਾਈਡਰੇਟਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਸ਼ੂਗਰ ਕਾਰਬੋਹਾਈਡਰੇਟ ਹੁੰਦੇ ਨੇ, ਇੱਕ ਸਟਾਰਚ ਕਾਰਬੋਹਾਈਡਰੇਟ ਹੁੰਦੇ ਨੇ। ਪਹਿਲਾਂ ਆਪਾਂ ਸ਼ੂਗਰ ਬਾਰੇ ਪੜ੍ਹਾਂਗੇ। ਓਕੇ, ਸ਼ੂਗਰ ਕਾਰਬੋਹਾਈਡਰੇਟ, ਇਟ ਇਜ਼ ਆਲਸੋ ਕਾਲਡ ਸਿੰਪਲ ਕਾਰਬੋਹਾਈਡਰੇਟਸ
fruits, honey and sugar are some sources of sugar. ਸ਼ੂਗਰ ਬੇਟਾ ਜੀ ਇਹਨੂੰ ਆਪਾਂ ਸਿੰਪਲ ਕਾਰਬੋਹਾਈਡਰੇਟ ਵੀ ਕਹਿ ਦਿੰਦੇ ਹਾਂ। ਇਹ ਕਿੱਥੋਂ ਮਿਲਦੇ ਆ ਜੀ? ਫਰੂਟਸ ਤੋਂ, ਸ਼ਹਿਦ ਤੋਂ, ਸ਼ੂਗਰ ਤੋਂ ਅਤੇ ਕੁਝ ਹੋਰ ਸੋਰਸ ਜਿਹੜੇ ਸ਼ੂਗਰ ਤੋਂ ਉੱਥੋਂ ਮਿਲਦੇ ਨੇ ਆਪਾਂ ਨੂੰ। ਠੀਕ ਹੈ। ਸਟਾਰਚ, ਸਟਾਰਚ ਬੇਟਾ ਜੀ ਕੀ ਆ? ਇਹਨੂੰ ਆਪਾਂ ਕੰਪਲੈਕਸ ਸ਼ੂਗਰ ਵੀ ਕਹਿ ਦਿੰਦੇ ਹਾਂ। ਪਲਾਂਟਸ ਜਿਹੜੇ ਆ ਉਹ ਆਪਣੇ ਵਿੱਚ ਜਿਹੜੀ ਐਨਰਜੀ ਸਟੋਰ ਕਰਕੇ ਰੱਖਦੇ ਨੇ ਉਹ ਸਟਾਰਚ ਦੀ ਫੋਰਮ ਦੇ ਵਿੱਚ ਸਟੋਰ ਕਰਦੇ ਨੇ। ਠੀਕ ਹੈ ਜੀ। ਜਦੋਂ ਪਲਾਂਟ ਪ੍ਰੋਡਕਟ ਕਿਹੜੇ ਆ ਜੀ? ਹਰੀਆਂ ਸਬਜ਼ੀਆਂ, ਫਰੂਟਸ ਵਗੈਰਾ ਜਦੋਂ ਆਪਾਂ ਖਾਂਦੇ ਹਾਂ ਅਤੇ ਉਹਨਾਂ ਦੇ ਵਿੱਚ ਜਿਹੜਾ ਸਟਾਰਚ ਹੁੰਦਾ ਏ ਉਹ ਡਾਈਜੈਸਟ ਹੋ ਜਾਂਦਾ ਹੈ ਅਤੇ ਡਾਈਜੈਸਟ ਹੋ ਕੇ ਸਟਾਰਚ ਕਾਹਦੇ ਵਿੱਚ ਬ੍ਰੇਕ ਡਾਊਨ ਹੋ ਜਾਂਦਾ ਹੈ ਜੀ? ਗਲੂਕੋਜ਼ ਦੇ ਵਿੱਚ ਬ੍ਰੇਕ ਡਾਊਨ ਹੋ ਜਾਂਦਾ ਹੈ। ਓਕੇ। ਉਸ ਤੋਂ ਬਾਅਦ ਬੇਟਾ ਜੀ ਪ੍ਰੋਟੀਨ ਆਰ ਨੀਡਡ ਫਾਰ ਮਸਲ ਬਿਲਡਿੰਗ। ਠੀਕ ਹੈ ਜੀ। ਪ੍ਰੋਟੀਨ ਜਿਹੜੇ ਨੇ ਉਹ ਸਾਡੇ ਮਸਲ ਬਿਲਡਿੰਗ ਦੇ ਵਿੱਚ ਹੈਲਪ ਕਰਦੇ ਨੇ ਐਂਡ ਰਿਪੇਅਰਿੰਗ ਵਰਨ ਆਊਟ ਸੈੱਲ। ਬੇਟਾ ਜੀ ਮੰਨ ਲਓ ਤੁਹਾਨੂੰ ਪਤਾ ਹੈ ਕਿ ਆਪਣੀ ਬੋਡੀ ਦੇ ਜਿਹੜੇ ਸਰੀਰ ਦੇ ਵਿੱਚ ਸੈੱਲ ਹੁੰਦੇ ਨੇ ਉਹ ਰੋਜ਼ਾਨਾ ਬਣਦੇ ਵੀ ਨੇ, ਟੁੱਟਦੇ ਵੀ ਨੇ। ਜਿਹੜੇ ਟੁੱਟੇ ਹੋਏ ਖਰਾਬ ਹੋਏ ਸੈੱਲ ਹੈ ਆਪਣੀ ਬੋਡੀ ਦੇ ਵਿੱਚ ਉਹਨਾਂ ਨੂੰ ਰਿਪੇਅਰ ਕਰਨ ਦੇ ਵਿੱਚ ਕੌਣ ਹੈਲਪ ਕਰਦਾ ਹੈ ਜੀ? ਪ੍ਰੋਟੀਨਸ ਹੈਲਪ ਕਰਦੇ ਨੇ। ਓਕੇ। ਆਵਰ ਮਸਲਸ, ਆਰਗਨ ਐਂਡ ਈਵਨ ਬਲੱਡ ਆਰ ਮੇਡ ਅਪ ਆਫ ਮੋਸਟਲੀ ਪ੍ਰੋਟੀਨਸ। ਆਪਣੇ ਬੋਡੀ ਦੇ ਵਿੱਚ ਜਿਹੜੇ ਮਸਲਸ ਨੇ, ਆਰਗਨ ਨੇ ਜਾਂ ਆਪਣੇ ਬਲੱਡ ਆ ਜਿਹੜਾ ਉਹ ਵੀ ਕਾਹਦਾ ਬਣਿਆ ਹੁੰਦਾ ਹੈ ਜੀ? ਪ੍ਰੋਟੀਨ ਦਾ ਹੀ ਬਣਿਆ ਹੁੰਦਾ ਨੇ। if we do not eat proteins our body will not be able to repair damaged cells। ਜੇ ਆਪਾਂ ਪ੍ਰੋਟੀਨਸ ਨਹੀਂ ਕੰਜ਼ਿਊਮ ਕਰਾਂਗੇ, ਨਹੀਂ ਖਾਵਾਂਗੇ ਤਾਂ ਆਪਣੀ ਬੋਡੀ ਜਿਹੜੀ ਆ ਉਹ ਰਿਪੇਅਰ ਨਹੀਂ ਕਰ ਪਾਊਗੀ ਡੈਮੇਜ ਹੋਏ ਸੈੱਲਸ ਨੂੰ। ਓਕੇ। ਅਤੇ ਨਾ ਹੀ ਨਵੇਂ ਸੈੱਲ ਬਣਾ ਪਾਏਗੀ। ਪ੍ਰੋਟੀਨ ਇਸ ਲਈ ਸਾਡੀ ਡਾਈਟ ਦੇ ਵਿੱਚ ਜ਼ਰੂਰੀ ਹੁੰਦੇ ਨੇ। ਅਤੇ ਪ੍ਰੋਟੀਨ ਆਉਂਦੇ ਕਿੱਥੋਂ ਨੇ ਜੀ? ਦੋਨੋਂ ਟਾਈਪਸ ਤੋਂ ਆਉਂਦੇ ਨੇ। ਇਹ ਆਪਾਂ ਨੂੰ ਐਨੀਮਲਸ ਤੋਂ ਵੀ ਮਿਲ ਜਾਂਦੇ ਨੇ ਅਤੇ ਪਲਾਂਟਸ ਤੋਂ ਵੀ ਮਿਲ ਜਾਂਦੇ ਨੇ। ਓਕੇ। ਸੋ ਨੈਕਸਟ ਹੈ ਬੇਟਾ ਜੀ ਕਿਹੜਾ ਹੈ? ਫੈਟਸ। ਆਲਦੋ ਫੈਟ give more energy than carbohydrate you eat very little fat and hence fat is not the major source of energy in our body। food containing large amount of fat can lead to obesity। ਬੇਟਾ ਜੀ ਫੈਟ ਇਹ ਵੀ ਇੱਕ ਤਰ੍ਹਾਂ ਨਾਲ ਆਪਣੀ ਬੋਡੀ ਦੇ ਵਿੱਚ ਨਿਊਟਰੀਐਂਟ ਚਾਹੀਦਾ ਹੁੰਦਾ ਹੈ। ਫੈਟ ਦੇ ਵਿੱਚ ਜ਼ਿਆਦਾ ਐਨਰਜੀ ਹੁੰਦੀ ਹੈ ਕਾਰਬੋਹਾਈਡਰੇਟਸ ਦੇ ਨਾਲੋਂ ਵੀ, ਪਰ ਆਪਾਂ ਫਿਰ ਵੀ ਜਿਹੜੀ ਫੈਟ ਆ ਉਹ ਘੱਟ ਕੰਜ਼ਿਊਮ ਕਰਦੇ ਹਾਂ ਕਿਉਂਕਿ ਫੈਟ ਹੈ ਜਿਹੜੀ ਉਹਦੇ ਕਰਕੇ ਓਬੈਸਿਟੀ ਦਾ ਮਤਲਬ ਕੀ ਹੁੰਦਾ ਹੈ ਜੀ ਬੇਟਾ? ਓਬੈਸਿਟੀ ਦਾ ਮਤਲਬ ਹੁੰਦਾ ਹੈ ਮੋਟਾਪਾ। ਫੈਟ ਆਪਾਂ ਜ਼ਿਆਦਾ ਇਸ ਲਈ ਕੰਜ਼ਿਊਮ ਨਹੀਂ ਕਰਦੇ ਕਿਉਂਕਿ ਉਹਦੇ ਨਾਲ ਮੋਟਾਪਾ ਵੀ ਹੋ ਜਾਂਦਾ ਹੈ। ਓਕੇ। ਨੈਕਸਟ ਪੇਜ ਬੇਟਾ ਜੀ। ਨੈਕਸਟ ਪੇਜ ਹੈ ਮਿਨਰਲਸ। ਮਿਨਰਲਸ ਆਰ ਪ੍ਰੈਜ਼ੈਂਟ ਇਨ ਆਲ ਬੋਡੀ ਟਿਸ਼ੂਜ਼ ਐਂਡ fluids। Minerals like calcium and phosphorus are found in bones and teeth. Iron is a mineral which is found in blood as a part of red pigment hemoglobin. Minerals occur in food as salt. Calcium and phosphorus are present in the body in large amount, especially in bones and teeth, and are known as macro or major minerals. Iron and iodine are found in the body in small quantity, hence they are known as micro minerals। ਬੇਟਾ ਜੀ ਮਿਨਰਲਸ ਕੀ ਹੁੰਦੇ ਨੇ? ਇਹ ਆਪਣੇ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ ਜੀ? ਇਹ ਸਾਰੇ ਬੋਡੀ ਟਿਸ਼ੂਜ਼ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਬੋਡੀ ਫਲੂਇਡ ਬੇਟਾ ਜੀ ਕੀ ਹੁੰਦਾ ਹੈ? ਜਿਵੇਂ ਆਪਣੀ ਬੋਡੀ ਦੇ ਵਿੱਚ ਜਿਹੜਾ ਬਲੱਡ ਹੈ ਉਹ ਇੱਕ ਬੋਡੀ ਫਲੂਇਡ ਹੈ। ਠੀਕ ਹੈ। ਮਿਨਰਲ ਕੈਲਸ਼ੀਅਮ, ਫਾਸਫੋਰਸ ਜਿਹੜਾ ਹੈ ਉਹ ਆਪਾਂ ਨੂੰ ਕਿੱਥੇ ਮਿਲਦਾ ਹੈ ਜੀ? ਇਹ ਆਪਣੇ ਬੋਨਸ ਦੇ ਵਿੱਚ ਹੁੰਦਾ ਹੈ। ਕੈਲਸ਼ੀਅਮ ਫਾਸਫੋਰਸ ਆਪਣੇ ਤੀਥ ਇਹਨਾਂ ਦੇ ਵਿੱਚ ਹੁੰਦਾ ਹੈ। ਬੇਟਾ ਤੁਹਾਨੂੰ ਪਤਾ ਹੋਵੇ ਕਿ ਆਪਣਾ ਬਲੱਡ ਹੈ ਜਿਹੜਾ ਉਹਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ? ਆਇਰਨ ਹੁੰਦਾ ਹੈ। ਠੀਕ ਹੈ। ਆਇਰਨ ਕਿਹਦੇ ਵਿੱਚ ਹੁੰਦਾ ਹੈ? ਰੈੱਡ ਪਿਗਮੈਂਟ
ਹੀਮੋਗਲੋਬਿਨ ਦਾ ਪਾਰਟ ਹੁੰਦਾ ਹੈ ਆਇਰਨ। ਮਿਨਰਲ ਜਿਹੜੇ ਆ ਅਕਰ ਇਨ ਫੂਡ ਐਜ ਸਾਲਟ, ਉਹ ਸਾਲਟ ਦੀ ਫੋਰਮ ਦੇ ਵਿੱਚ ਆਪਾਂ ਜਿਹੜਾ ਉਹਨੂੰ ਕੰਜ਼ਿਊਮ ਕਰਦੇ ਹਾਂ। ਕੈਲਸ਼ੀਅਮ ਐਂਡ ਫਾਸਫੋਰਸ ਜਿਹੜੇ ਆ ਉਹ ਲਾਰਜ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਹੁਣ ਦੇਖੋ ਆਪਣੇ ਸਰੀਰ ਦੇ ਵਿੱਚ ਹੱਡੀਆਂ ਬਹੁਤ ਜ਼ਿਆਦਾ ਹੈਗੀਆਂ ਨੇ, ਠੀਕ ਹੈ ਜੀ, ਹੱਡੀਆਂ ਬਹੁਤ ਜ਼ਿਆਦਾ ਨੇ, ਇਸ ਲਈ ਕਿਹੜੇ ਮਿਨਰਲ ਜਿਹੜੇ ਉਹ ਜ਼ਿਆਦਾ ਨੇ ਆਪਣੀ ਬੋਡੀ ਦੇ ਵਿੱਚ? ਕੈਲਸ਼ੀਅਮ ਐਂਡ ਫਾਸਫੋਰਸ, ਠੀਕ ਹੈ। ਇਹਨਾਂ ਨੂੰ ਆਪਾਂ ਮੈਕਰੋ ਜਾਂ ਮੇਜਰ ਮਿਨਰਲਸ ਕਹਿ ਦਿੰਦੇ ਹਾਂ। ਆਇਰਨ ਅਤੇ ਆਇਓਡੀਨ ਆ ਜਿਹੜੇ ਇਹ ਬਹੁਤ ਹੀ ਥੋੜ੍ਹੀ ਕੁਆਂਟਿਟੀ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਆਪਾਂ ਮਾਈਕਰੋ ਮਿਨਰਲਸ ਕਹਿ ਦਿੰਦੇ ਹਾਂ। ਓਕੇ, ਸੋ ਨੈਕਸਟ ਹੈ ਬੇਟਾ ਜੀ ਵਿਟਾਮਿਨਸ। Vitamins are substances which are required in very small amount in our diet but are essential for proper functioning of body. Vitamins cannot be produced by the body, therefore must be present in our diet. Vitamins are classified into two groups on the basis of solubility in fat and water. ਬੇਟਾ ਜੀ ਜਿਹੜੇ ਵਿਟਾਮਿਨ ਹੁੰਦੇ ਨੇ ਇਹ ਉਹ ਜਿਹੜੇ ਸਬਸਟਾਂਸ ਹੁੰਦੇ ਨੇ ਜਿਹੜੇ ਸਾਡੀ ਬੋਡੀ ਨੂੰ ਰਿਕੁਆਇਰਡ ਮਤਲਬ ਚਾਹੀਦੇ ਨੇ ਬਹੁਤ ਹੀ ਸਮਾਲ ਥੋੜ੍ਹੀ ਅਮਾਊਂਟ ਦੇ ਵਿੱਚ। ਇਹ ਇਸ ਕਰਕੇ ਜ਼ਰੂਰੀ ਹੁੰਦੇ ਨੇ ਕਿਉਂਕਿ ਪ੍ਰੋਪਰ ਫੰਕਸ਼ਨਿੰਗ ਆਫ ਬੋਡੀ ਦੀ ਪ੍ਰੋਪਰ ਫੰਕਸ਼ਨਿੰਗ ਵਾਸਤੇ ਵਿਟਾਮਿਨ ਜ਼ਰੂਰੀ ਹੁੰਦੇ ਨੇ। ਬੇਟਾ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਵਿਟਾਮਿਨ ਬਾਰੇ ਹੈਗੀ ਆ ਉਹ ਇਹ ਹੈ ਕਿ ਵਿਟਾਮਿਨ ਜਿਹੜੇ ਆ ਆਪਣੀ ਬੋਡੀ ਦੇ ਅੰਦਰ ਪ੍ਰੋਡਿਊਸ ਨਹੀਂ ਹੁੰਦੇ, ਇਸ ਲਈ ਮਸਟ ਬੀ ਪ੍ਰੈਜ਼ੈਂਟ ਇਨ ਆਵਰ ਡਾਈਟ। ਇਹ ਆਪਣੇ ਭੋਜਨ ਦੇ ਵਿੱਚ ਜ਼ਰੂਰ ਇਨਕਲੂਡਡ ਹੋਣੇ ਚਾਹੀਦੇ ਆ। ਜੇ ਵਿਟਾਮਿਨ ਆਪਾਂ ਬਾਹਰੋਂ ਕੰਜ਼ਿਊਮ ਨਹੀਂ ਕਰਾਂਗੇ, ਆਪਣੀ ਬੋਡੀ ਅੰਦਰ ਵੀ ਵਿਟਾਮਿਨਸ ਨਹੀਂ ਬਣਾ ਪਾਵੇਗੀ, ਤਾਂ ਫਿਰ ਕੀ ਹੋਣਾ ਹੈ ਕਿ ਵਿਟਾਮਿਨ ਦੀ ਡੈਫੀਸ਼ੀਐਂਸੀ ਹੋ ਜਾਣੀ ਹੈ, ਵਿਟਾਮਿਨ ਆਪਣੀ ਬੋਡੀ ਦੇ ਵਿੱਚੋਂ ਘੱਟ ਜਾਣੇ ਨੇ। ਓਕੇ, ਸੋ ਵਿਟਾਮਿਨਸ ਜਿਹੜੇ ਆ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਆ ਫੈਟ ਸੋਲੂਬਲ ਕਿ ਜਿਹੜੇ ਫੈਟ ਦੇ ਵਿੱਚ ਸੋਲੂਬਲ ਹੋ ਜਾਂਦੇ ਆ ਉਹ ਵਿਟਾਮਿਨ, ਦੂਜੇ ਆ ਵਾਟਰ ਸੋਲੂਬਲ। ਫੈਟ ਸੋਲੂਬਲ ਵਿਟਾਮਿਨਸ ਉਹ ਜਿਹੜੇ ਹੁੰਦੇ ਨੇ ਜਿਹੜੇ ਫੈਟ ਦੇ ਵਿੱਚ ਸੋਲੂਬਲ ਹੋ ਜਾਂਦੇ ਆ, ਜਿਵੇਂ ਕਿ ਵਿਟਾਮਿਨ ਏ, ਡੀ, ਈ ਅਤੇ ਕੇ। ਅਤੇ ਵਿਟਾਮਿਨ ਬੀ ਐਂਡ ਸੀ ਜਿਹੜੇ ਆ ਉਹ ਪਾਣੀ ਦੇ ਵਿੱਚ ਡਿਜ਼ੋਲਵ ਹੋ ਜਾਂਦੇ ਨੇ। ਓਕੇ, ਉਸ ਤੋਂ ਬਾਅਦ ਬੇਟਾ ਜੀ ਹੈ ਬੈਲੈਂਸ ਡਾਈਟ, ਸੰਤੁਲਿਤ ਭੋਜਨ, ਠੀਕ ਹੈ ਜੀ। ਬੈਲੈਂਸ ਡਾਈਟ ਉਹ ਜਿਹੜੀ ਡਾਈਟ ਹੁੰਦੀ ਆ ਜਿਸ ਡਾਈਟ ਦੇ ਵਿੱਚ ਆਪਾਂ ਬਾਹਰੋਂ ਜਿਹੜੀ ਵੀ ਚੀਜ਼ ਖਾ ਰਹੇ ਹਾਂ ਉਹਦੇ ਵਿੱਚ ਪ੍ਰੋਪਰ ਅਮਾਊਂਟ ਵਿਟਾਮਿਨਸ ਦੀ, ਕਾਰਬੋਹਾਈਡਰੇਟਸ ਦੀ, ਫੈਟਸ ਦੀ, ਮਿਨਰਲਸ ਦੀ, ਇਹ ਸਾਰੀ ਅਮਾਊਂਟ ਆਪਾਂ ਬਾਹਰੋਂ ਲੈ ਸਕੀਏ, ਉਹ ਆ ਜੀ ਬੈਲੈਂਸ ਡਾਈਟ। ਜਿਸ ਡਾਈਟ ਦੇ ਵਿੱਚ ਸਾਰੀਆਂ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਘੱਟ ਰਹਿ ਜਾਂਦੀ ਆ ਉਹਨੂੰ ਆਪਾਂ ਬੈਲੈਂਸ ਡਾਈਟ ਨਹੀਂ ਕਹਾਂਗੇ। ਓਕੇ, ਫੂਡ ਵੀ ਈਟ ਇਜ਼ ਕਾਲਡ ਆਵਰ ਡਾਈਟ, ਜਿਹੜਾ ਖਾਣਾ ਆਪਾਂ ਖਾਂਦੇ ਹਾਂ ਉਹ ਆਪਣੀ ਡਾਈਟ ਹੈ। ਜੇ ਆਪਾਂ ਇੱਕ ਹੀ ਤਰ੍ਹਾਂ ਦਾ ਖਾਣਾ ਖਾਈ ਜਾਈਏ ਤਾਂ ਆਪਾਂ ਬਿਮਾਰ ਹੋ ਸਕਦੇ ਹਾਂ, ਕਮਜ਼ੋਰ ਹੋ ਸਕਦੇ ਹਾਂ, ਇਸ ਲਈ ਸਾਨੂੰ ਸਾਰੇ ਨਿਊਟਰੀਐਂਟਸ ਵਾਲੇ ਡਾਈਟ ਜਿਹੜੀ ਆ ਉਹ ਖਾਣੀ ਚਾਹੀਦੀ ਹੈ। ਓਕੇ, ਜਿਸ ਡਾਈਟ ਦੇ ਵਿੱਚ ਸਾਰੇ ਨਿਊਟਰੀਐਂਟ ਪ੍ਰੈਜ਼ੈਂਟ ਹੋਣ ਉਸ ਡਾਈਟ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਬੈਲੈਂਸ ਡਾਈਟ। ਨੈਕਸਟ ਪੇਜ 'ਤੇ ਬੇਟਾ ਜੀ ਆ ਸਟੇਇੰਗ ਹੈਲਥੀ, ਆਪਾਂ ਤੰਦਰੁਸਤ ਕਿੱਦਾਂ ਰਹਿ ਸਕਦੇ ਹਾਂ ਜੀ? ਜ਼ਿਆਦਾਤਰ ਜਿਹੜਾ ਖਾਣਾ ਆਪਾਂ ਖਾਂਦੇ ਹਾਂ ਉਹ ਪਕਾ ਕੇ ਖਾਂਦੇ ਹਾਂ, ਠੀਕ ਹੈ ਜੀ। ਕੁਕਡ ਮਤਲਬ ਪੱਕਿਆ ਹੋਇਆ ਖਾਣਾ ਖਾਂਦੇ ਹਾਂ। ਪਕਾਉਣ ਦੇ ਨਾਲ ਆਪਾਂ ਉਹਨਾਂ ਦੇ ਵਿੱਚੋਂ ਜਰਮਸ ਮਤਲਬ ਕੀਟਾਣੂ ਜਿਹੜੇ ਆ ਉਹ ਮਾਰ ਦਿੰਦੇ ਹਾਂ, ਠੀਕ ਹੈ ਜੀ। ਇਟ ਆਲਸੋ ਮੇਕ ਇਟ ਸੋਫਟ, ਟੇਸਟੀ ਐਂਡ ਈਜ਼ੀ ਟੂ ਡਾਈਜੈਸਟ, ਠੀਕ ਹੈ। ਇਹ ਖਾਣਾ ਜਿਹੜਾ ਪੱਕਿਆ ਹੋਇਆ ਖਾਣਾ ਹੈ ਉਹ ਸਾਨੂੰ ਖਾਣ ਦੇ ਵਿੱਚ ਵੀ ਜਿਹੜਾ ਸੌਫਟ ਲੱਗਦਾ ਹੈ, ਸਵਾਦੀ ਲੱਗਦਾ ਹੈ ਅਤੇ ਆਸਾਨੀ ਨਾਲ ਪਚ ਜਾਂਦਾ ਹੈ। ਓਕੇ, ਹਾਊਐਵਰ ਕੁਕਿੰਗ ਜਿਹੜੀ ਆ ਜਦੋਂ ਆਪਾਂ ਸਬਜ਼ੀਆਂ ਨੂੰ ਪਕਾਉਂਦੇ ਹਾਂ ਤਾਂ ਕਈ ਵਾਰ ਵਿਟਾਮਿਨਸ ਜਿਹੜੇ ਫੂਡ ਦੇ ਵਿੱਚ ਹੁੰਦੇ ਨੇ ਉਹ ਵੀ ਜਿਹੜੇ ਆ ਅਲੋਂਗ ਵਿਦ ਦਾ ਕੁਕਡ ਫੂਡ ਵੀ ਸ਼ੁੱਡ ਈਟ ਸਮ ਰਾਅ ਫੂਡਸ ਜਿਵੇਂ ਕਿ ਟਰਨਿਪ, ਰੈਡਿਸ਼, ਕੈਰਟ ਜਾਂ ਟਮੈਟੋ। ਇਹ ਕਈ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ
ਰਾਹ ਵੀ ਖਾਣੀਆਂ ਚਾਹੀਦੀਆਂ, ਪਕਾਉਣ ਤੋਂ ਬਗੈਰ ਵੀ ਖਾਣੀਆਂ ਚਾਹੀਦੀਆਂ, ਕਿਉਂਕਿ ਜਦੋਂ ਆਪਾਂ ਪਕਾ ਲੈਂਦੇ ਹਾਂ ਤਾਂ ਕਈ ਵਿਟਾਮਿਨਸ ਜਿਹੜੇ ਆ ਉਹ ਵੀ ਡਿਸਟਰੋਏ ਹੋ ਜਾਂਦੇ ਨੇ। ਓਕੇ, ਇਸ ਲਈ ਜਿਹੜਾ ਉਹ ਆਪਾਂ ਨੂੰ ਵਿਟਾਮਿਨਸ ਜਾਂ ਕਹਿ ਲਓ ਵੀ ਕਈ ਸਬਜ਼ੀਆਂ ਉਹਨਾਂ ਨੂੰ ਰਾਅ ਮਟੀਰੀਅਲ ਦੀ ਤਰ੍ਹਾਂ, ਰਾਅ ਫੂਡ ਦੀ ਤਰ੍ਹਾਂ ਹੀ ਖਾਣਾ ਚਾਹੀਦਾ ਹੈ। ਓਕੇ, ਉਸ ਤੋਂ ਬਾਅਦ ਆ ਜਾਂਦਾ ਹੈ ਵਾਟਰ। ਫੂਡ ਨੂੰ ਛੱਡ ਕੇ ਸਾਫ ਸੁਥਰਾ ਪਾਣੀ ਪੀਣਾ ਵੀ ਬੜਾ ਜ਼ਿਆਦਾ ਜ਼ਰੂਰੀ ਹੈ। ਕੀ ਹੋਏਗਾ ਇਸ ਦੇ ਨਾਲ, ਜਦੋਂ ਆਪਾਂ ਪਾਣੀ ਪੀ ਲੈਂਦੇ ਹਾਂ ਤਾਂ ਕੀ ਹੁੰਦਾ ਹੈ ਕਿ ਆਪਣੀ ਡਾਈਜੈਸ਼ਨ, ਜਿਹੜਾ ਖਾਣਾ ਆਪਣਾ ਪਚਦਾ ਹੈ ਉਹ ਵਧੀਆ ਹੋ ਜਾਂਦਾ ਹੈ। ਠੀਕ ਹੈ ਜੀ, ਚੰਗੀ ਤਰ੍ਹਾਂ ਪਚ ਜਾਂਦਾ ਹੈ ਜਦੋਂ ਆਪਾਂ ਪਾਣੀ ਪੀ ਲੈਂਦੇ ਹਾਂ। ਠੀਕ ਹੈ ਜੀ, ਜੇ ਆਪਾਂ ਖਾਣਾ ਖਾ ਕੇ ਪਾਣੀ ਨਹੀਂ ਪੀਂਦੇ ਤਾਂ ਕੀ ਹੁੰਦਾ ਹੈ, ਡੀਹਾਈਡਰੇਟਡ ਕੌਣ ਹੁੰਦੇ ਆ, ਵੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਅਤੇ ਕੰਮ ਕਰਨ ਦੀ, ਖੇਡਣ ਦੀ ਸ਼ਕਤੀ ਨਹੀਂ ਰਹਿੰਦੀ ਜੀ ਉਹਨਾਂ ਦੇ ਵਿੱਚ। ਠੀਕ ਹੈ ਜੀ, ਵਾਟ ਇਜ਼ ਸੇਫ ਵਾਟਰ। ਸੇਫ ਵਾਟਰ ਮਤਲਬ ਕਿ ਸਾਫ ਸੁਥਰਾ ਪਾਣੀ ਕਿਹੜਾ ਹੁੰਦਾ ਹੈ ਬੇਟਾ ਜੀ। ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈ ਉਹ ਪਾਣੀ ਨੂੰ ਵੀ ਆਪਾਂ ਜਿਹੜਾ ਹੈ ਸਾਫ ਸੁਥਰਾ ਬਣਾ ਸਕਦੇ ਹਾਂ। ਕਿਸ ਤਰ੍ਹਾਂ ਬਣਾ ਸਕਦੇ ਹਾਂ, ਪੀਣ ਯੋਗ ਕਿੱਦਾਂ ਬਣਾ ਸਕਦੇ ਹਾਂ। ਪਹਿਲਾ ਤਰੀਕਾ ਹੈ ਬੋਇਲ ਦਾ ਵਾਟਰ। ਪਾਣੀ ਨੂੰ ਉਬਾਲੋ, ਉਬਾਲਣ ਦੇ ਨਾਲ ਪਾਣੀ ਦੇ ਵਿਚਲੇ ਜਿਹੜੇ ਜਰਮਸ ਨੇ ਉਹ ਮਰ ਜਾਂਦੇ ਨੇ। ਠੀਕ ਹੈ ਜੀ, ਇਸ ਤਰੀਕੇ ਨਾਲ ਵੀ ਆਪਾਂ ਪਾਣੀ ਨੂੰ ਸਾਫ਼ ਕਰ ਸਕਦੇ ਹਾਂ, ਪਿਓਰ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਉਬਲਿਆ ਹੋਇਆ ਪਾਣੀ ਹੈ ਉਹਨੂੰ ਸਾਫ ਸੁਥਰੇ ਕੰਟੇਨਰ ਮਤਲਬ ਕੋਈ ਵੀ ਜਿਹੜਾ ਜਿਹਨੂੰ ਬੋਟਲ ਕਹਿ ਸਕਦੇ ਹਾਂ ਜਾਂ ਕੋਈ ਹੋਰ ਚੀਜ਼, ਯੂਟੈਂਸਿਲ, ਉਹਦੇ ਵਿੱਚ ਜਿਹੜਾ ਹੈ ਬੋਇਲਡ ਪਾਣੀ ਨੂੰ ਸਾਫ ਭਾਂਡੇ ਦੇ ਵਿੱਚ ਸਟੋਰ ਕਰੋ। ਠੀਕ ਹੈ ਜੀ, ਉਹਦੇ ਉੱਪਰ ਢੱਕਣ ਜਿਹੜਾ ਉਹ ਜ਼ਰੂਰ ਰੱਖੋ ਅਤੇ ਹਰ ਵਾਰੀ ਜਦੋਂ ਵੀ ਤੁਸੀਂ ਪਾਣੀ ਪੀਣਾ ਹੈ, ਜੇ ਮੰਨ ਲਓ ਆਪਾਂ ਘੜਾ ਰੱਖਿਆ ਹੋਇਆ ਘਰ ਦੇ ਵਿੱਚ, ਤਾਂ ਇਹ ਨਹੀਂ ਚਾਹੀਦਾ ਕਿ ਘੜੇ ਦੇ ਵਿੱਚ ਉੱਪਰੋਂ ਤੁਸੀਂ ਗਲਾਸ ਦੇ ਨਾਲ ਪਾਣੀ ਕੱਢ ਲਓ। ਜਿਸ ਵੀ ਚੀਜ਼ ਦੇ ਨਾਲ ਤੁਸੀਂ ਉਹਦੇ ਵਿੱਚੋਂ ਪਾਣੀ ਕੱਢਣਾ ਉਹਦੇ ਨਾਲ ਇੱਕ ਲੰਬਾ ਹੈਂਡਲ ਲੱਗਾ ਹੋਵੇ ਤਾਂ ਜੋ ਗੰਦੇ ਹੱਥ ਜਿਹੜੇ ਉਹ ਪਾਣੀ ਦੇ ਵਿੱਚ ਨਾ ਵੱਜ ਸਕਣ। ਇਸ ਤਰੀਕੇ ਨਾਲ ਆਪਾਂ ਪਾਣੀ ਸੇਫ ਕਰਕੇ ਪੀਣਾ ਹੈ ਜੀ। ਓਕੇ, ਸੋ ਬੇਟਾ ਜੀ ਇਹਦੇ ਨਾਲ ਆਪਣਾ ਚੈਪਟਰ ਜਿਹੜਾ ਉਹ ਕੰਪਲੀਟ ਹੋ ਗਿਆ ਹੋਇਆ ਹੈ। ਹੁਣ ਤੁਹਾਡਾ ਹੋਮਵਰਕ ਮੈਂ ਦੱਸ ਦਿਆਂ। ਹੋਮਵਰਕ ਬੇਟਾ ਜੀ ਇਹ ਆ ਪੇਜ ਨੰਬਰ 21 ਦੇ ਉੱਪਰ ਵਾਟ ਇਜ਼ ਸੇਫ ਵਾਟਰ। ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖਣਾ ਹੈ ਵਾਟ ਇਜ਼ ਸੇਫ ਵਾਟਰ ਅਤੇ ਇਹ ਸਾਰਾ ਦਾ ਸਾਰਾ ਉਹਦੇ ਨੀਚੇ ਪੈਰਾਗ੍ਰਾਫ ਲਿਖ ਦੇਣਾ ਜੀ। ਠੀਕ ਹੈ ਜੀ, ਇੱਕ ਤਰ੍ਹਾਂ ਨਾਲ ਰਾਈਟਿੰਗ ਪੇਜ ਹੈ। ਵਾਟ ਇਜ਼ ਸੇਫ ਵਾਟਰ ਤੋਂ ਲੈ ਕੇ ਆਊਟ ਆਫ ਦਾ ਕੰਟੇਨਰ, ਇੱਥੋਂ ਤੱਕ ਇੱਕ ਇਹ ਪੇਜ ਹੈ ਰਾਈਟਿੰਗ। ਦੂਜਾ ਪੇਜ ਬੇਟਾ ਜੀ ਇਹ ਆ ਇੱਧਰ ਵਾਲਾ ਬੈਲੈਂਸ ਡਾਈਟ ਵਾਲਾ। ਹੈਡਿੰਗ ਲਿਖਣਾ ਹੈ ਬੈਲੈਂਸ ਡਾਈਟ ਅਤੇ ਇੱਥੋਂ ਤੱਕ ਲਿਖ ਦੇਣਾ ਹੈ। ਓਕੇ ਬੇਟਾ ਜੀ, ਮੈਂ ਦੁਬਾਰਾ ਰਿਪੀਟ ਕਰ ਦਿਆਂ। ਪੇਜ ਨੰਬਰ 20 ਦੇ ਉੱਪਰ ਬੈਲੈਂਸ ਡਾਈਟ ਹੈਡਿੰਗ ਲਿਖ ਕੇ ਅਤੇ ਇਹ ਸਾਰਾ ਦਾ ਸਾਰਾ ਇਹ ਕੰਪਲੀਟ ਕਰਨਾ ਹੈ ਆਪਣੀ ਕਾਪੀਜ਼ ਦੇ ਉੱਪਰ। ਅਤੇ ਪੇਜ ਨੰਬਰ 21 ਦੇ ਉੱਪਰ ਵਾਟ ਇਜ਼ ਸੇਫ ਵਾਟਰ ਇਹ ਹੈਡਿੰਗ ਲਿਖ ਕੇ ਤਾਂ ਤੁਸੀਂ ਇਹ ਸਾਰਾ ਇੱਥੋਂ ਤੱਕ ਕੰਪਲੀਟ ਕਰਨਾ ਹੈ। ਓਕੇ ਬੇਟਾ ਜੀ, ਸੋ ਇਹਦੇ ਨਾਲ ਆਪਣਾ 4th ਚੈਪਟਰ ਹੈ ਜਿਹੜਾ ਉਹ ਕੰਪਲੀਟ ਹੋ ਗਿਆ ਹੋਇਆ ਹੈ। ਮੈਂ ਤੁਹਾਨੂੰ ਕੱਲ੍ਹ ਨੂੰ ਜਿਹੜਾ ਹੈ ਜਾਂ ਨੈਕਸਟ ਜਿਸ ਦਿਨ ਵੀ ਆਪਣਾ ਕੰਮ ਹੋਏਗਾ ਉਸ ਦਿਨ ਇਹਦੀ ਬੈਕ ਐਕਸਰਸਾਈਜ਼ ਅਤੇ ਕੁਐਸਚਨ ਆਨਸਰ ਕਰਵਾ ਦੇਵਾਂਗਾ। ਓਕੇ ਬੇਟਾ ਜੀ, ਸੋ ਥੈਂਕ ਯੂ ਐਂਡ ਹੈਵ ਅ ਨਾਈਸ ਡੇ।